ਚੰਡੀਗੜ੍ਹ ਬਿਊਟੀਫੁਲ ਸਿਟੀ ਦੀ ਇੱਕ ਸਭ ਤੋਂ ਵੱਡੀ ਖੂਬੀ ਇਹ ਹੈ, ਕਹਿੰਦੇ ਚੰਡੀਗੜ੍ਹ 'ਚ ਬਿਜਲੀ ਜਾਂਦੀ ਨਹੀਂ, ਜੇ ਜਾਵੇ ਤੇ ਅੱਖਾਂ ਮੀਟਣ ਤੋਂ ਬਾਅਦ ਜਦੋਂ ਖੋਲੋਗੇ ਤੇ ਲਾਟੂ ਜਗਦੇ ਹੁੰਦੇ ਆ। ਪਰ ਚੰਡੀਗੜ੍ਹ ਪ੍ਰਸ਼ਾਸਨ ਇੱਕ ਬਹੁਤ ਵੱਡਾ ਫੈਸਲਾ ਲੈ ਰਿਹਾ। ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ। ਉਹ ਸੁਣਨ 'ਚ ਇਹ ਆ ਰਿਹਾ ਵੀ ਚੰਡੀਗੜ੍ਹ ਦਾ ਜਿਹੜਾ ਬਿਜਲੀ ਵਿਭਾਗ ਆ ਇਹ ਕਈ ਸਾਲਾਂ ਤੋਂ ਪ੍ਰੋਫਿਟ 'ਚ ਜਾ ਰਿਹਾ। ਸੋ ਪ੍ਰਸ਼ਾਸਨ ਨੇ ਤਕਰੀਬਨ ਕਹਿੰਦੇ ਫੈਸਲਾ ਕਰ ਲਿਆ, ਹੁਣ ਕੋਈ ਨਿੱਜੀ ਢਨਾੜ ਵੱਡੀ ਕੰਪਨੀ ਦਾ ਮਾਲਕ ਜਿਹੜਾ ਆ ਉਹਦੇ ਹੱਥ 'ਚ ਚੰਡੀਗੜ੍ਹ ਦੀ ਬਿਜਲੀ ਦਾ ਸਵਿੱਚ ਦੇ ਦੇਣਾ, ਜਦੋਂ ਮਰਜ਼ੀ ਆਫ ਕਰੇ, ਜਦੋਂ ਮਰਜ਼ੀ ਔਨ ਕਰੇ। ਪਰ ਅੱਜ ਸਾਡੇ ਨਾਲ ਮੌਜੂਦ ਨੇ ਬਿਜਲੀ ਮੁਲਾਜ਼ਮ ਜਿਹੜੇ ਕਈ ਸਾਲਾਂ ਤੋਂ ਚੀਕ ਝਾੜਾ ਪਾ ਕੇ ਆਪਣੀਆਂ ਮੰਗਾਂ ਮਨਵਾਉਣ ਦੀ ਗੱਲ ਕਰ ਰਹੇ ਨੇ। ਮੰਗਾਂ ਤੇ ਕੀ ਮੰਨੀਆਂ ਸੀ, ਪ੍ਰਸ਼ਾਸਨ ਕਹਿੰਦਾ ਜਾਓ ਹੁਣ ਤੁਹਾਨੂੰ ਇੱਕ ਲਾਲੇ ਦੇ ਹੱਥ 'ਚ ਦੇ ਦੇਣਾ, ਉਹ ਲਾਲਾ ਤੁਹਾਡੀ ਕਿਸਮਤ ਦਾ ਫੈਸਲਾ ਕਰੂਗਾ। ਨਾਲ ਦੀ ਨਾਲ ਸਾਡੇ ਨਾਲ ਮੌਜੂਦ ਨੇ ਚੰਡੀਗੜ੍ਹ ਦੇ ਸੈਕਟਰਾਂ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਨੇ, ਉਹਨਾਂ ਦੀ ਇੱਕ ਜੁਆਇੰਟ ਫੈਡਰੇਸ਼ਨ ਹੈ, ਉਹਦੇ ਚੇਅਰਮੈਨ ਬਲਜਿੰਦਰ ਬਿੱਟੂ ਜੀ। ਇਹਨਾਂ ਸਾਰਿਆਂ ਨੂੰ ਪੁੱਛਾਂਗੇ। ਸਭ ਤੋਂ ਪਹਿਲਾਂ ਜੋਸ਼ੀ ਜੀ, ਤੁਹਾਨੂੰ ਹਮੇਸ਼ਾ ਨਾਅਰੇ ਲਾਉਂਦਿਆਂ ਦੇਖਿਆ, ਮੰਗਾਂ ਤੇ ਗਈਆਂ, ਹੁਣ ਤੇ ਜਿਹੜਾ ਮੁੰਬਈ, ਦਿੱਲੀ ਜਾਂ ਹੈਦਰਾਬਾਦ ਤੋਂ ਆਊਗਾ ਕੋਈ ਢਨਾੜ ਲਾਲਾ, ਕਹਿੰਦੇ ਤੁਹਾਡੀ ਹਾਜ਼ਰੀ ਉਹ ਲਾਇਆ ਕਰੂਗਾ। बहुत ही बदकिस्मत वाली बात है। 2567 में यूटी बनी है पंजाब की बाइफरकेशन के बाद, और यूटी बनने के बाद करीब 1 लाख के करीब कनेक्शन पिछले 30 सालों में थे, और 1 लाख कनेक्शन के ऊपर 2200 के करीब मुलाजिम उस टाइम काम कर रहे थे। और टाइम जिस तरह बीतता गया, कनेक्शन बढ़ते गए, 33 के भी यहाँ लाइन बढ़ती गई, 66 के भी गए, सब स्टेशन बढ़ते गए, 220 के भी स्टेशन भी बनाए गए, लाइन भी बढ़ी हैं, 11 के भी गए, सब स्टेशन भी बने हैं, लाइन भी बढ़ी हैं, और डिस्ट्रीब्यूशन ट्रांसफार्मर 2500 के करीब हैं। उसके अलावा 2.5 लाख के करीब कनेक्शन है। लेकिन मुलाजिमों की गिनती आज जो कागजों में 1780 है, सैंक्शन पोस्टें हैं। सैंक्शन पोस्टों में से भी जो काम का लोड बढ़ा है, पोस्टें बढ़ाने की बजाय रेगुलर मुलाजिम जो है वो 700 से कम रह गए। 200-250 के करीब मुलाजिम जो है वो आउटसोर्स के मुलाजिम हैं। एक्यूट शॉर्टेज के बावजूद रात दिन मेहनत करके 24-24 घंटे काम करके बिजली के मुलाजिम सप्लाई को मेंटेन कर रहे हैं। 24 आवर्स अनइंटरप्टेड सप्लाई दी जा रही है, सस्ती सप्लाई दी जा रही है। पिछले 5 साल से डिपार्टमेंट लगातार जो है प्रॉफिट में है। 5 साल से डिपार्टमेंट को बेस्ट यूटिलिटी का अवार्ड मिल रहा है, और कोई भी जो है वो रेट बिजली के 5 साल में बढ़े नहीं। लगता नहीं भी अवार्ड मिले दी खुशी सी, प्रशासन कहते भी चलो दे दो किसी लाले नूं। उल्टा हो गया काम। इनाम मिलने की बजाय सरकार निजी मालिकों के हवाले करके चंडीगढ़ के बिजली मुलाजिमों के परिवार को तहस नहस करना चाह रही है। और ये इससे ज़्यादा बदकिस्मती वाली बात क्या होएगी कि 5 साल से अवार्ड मिलने के बावजूद इस साल बिजली के रेट जो हैं घटे हैं। 365 करोड़ अमाउंट जो है वो सरप्लस है बिजली का, 5 साल से प्रॉफिट में जा रहा है। और जो लाइन लॉस है गवर्नमेंट की, जो तयशुदा पावर मिनिस्ट्री की 15% जो है TND लॉस गवर्नमेंट का तय फार्मूला है। और यूटी में जो लाइन लॉस है, जो बिजली की जो क्षतिपूर्ति है, वो 9 पॉइंट के करीब रह गई है, 9% के करीब रह गई है। तो लगता भी प्रशासन ਨੂੰ ਲੱਗਦਾ ਵੀ ਬੜਾ ਵਧੀਆ ਚੱਲ ਰਿਹਾ ਡਿਪਾਰਟਮੈਂਟ, ਬਣਿਆ ਬਣਾਇਆ ਕਿਸੇ ਲਾਲੇ ਨੂੰ ਦੇ ਦਈਏ। ਬਿੱਟੂ ਜੀ, ਇਹ ਤੇ ਬਿਜਲੀ ਦੇ ਮੁਲਾਜ਼ਮ ਨੂੰ ਇਹਨਾਂ ਨੂੰ ਤਾਂ ਖਤਰਾ ਵੀ ਕੱਲ ਨੂੰ ਕੋਈ ਢਨਾੜ ਆ ਕੇ ਬਹਿ ਗਿਆ ਤੇ ਜੋ ਮਰਜ਼ੀ ਇਹਨਾਂ ਨਾਲ ਕਰ ਸਕਦਾ। ਤੁਸੀਂ ਤੇ ਚੰਡੀਗੜ੍ਹ ਦੇ ਆਮ ਨਾਗਰਿਕ ਜੇ, ਚਲੋ ਲੀਡ ਕਰ ਰਹੇ ਜੇ, ਤੁਹਾਨੂੰ ਕੀ ਇਹਦੇ 'ਚ ਸਮੱਸਿਆ? ਇਹ ਜਿਹੜੀ ਸਮੱਸਿਆ ਅਸੀਂ ਜਿਵੇਂ ਸਰਕਾਰ ਕਹਿ ਰਹੀ ਹੈ ਅਸੀਂ ਪ੍ਰਾਈਵੇਟ ਕਰ ਦੇਣਾ, ਚੰਡੀਗੜ੍ਹ ਤਾਂ ਪ੍ਰਾਈਵੇਟ ਤੋਂ ਬੈਟਰ ਚੱਲ ਰਿਹਾ। ਪਿਛਲੇ 50 ਸਾਲ ਤੋਂ, ਮੇਰਾ ਜਨਮ ਵੀ ਚੰਡੀਗੜ੍ਹ 'ਚ ਹੋਇਆ ਹੈ, ਮੈਂ 50 ਸਾਲ ਤੋਂ ਹੀ ਦੇਖ ਰਿਹਾ ਇੱਥੇ ਬਹੁਤ ਵਧੀਆ ਬਿਜਲੀ ਦਾ ਕੰਮ ਚੱਲ ਰਿਹਾ। ਬਿਜਲੀ ਕੰਪਲੇਂਟ ਕਰਦੇ ਆ, ਵਿਦਿਨ 3-4 ਆਵਰਸ ਬਿਜਲੀ ਆ ਜਾਂਦੀ ਹੈ। ਬੜੇ ਵਧੀਆ ਕੰਮ ਕਰ ਰਹੇ ਨੇ, ਔਰ ਕੰਪਲੇਂਟ ਬੜੀ ਵਧੀਆ ਅਟੈਂਡ ਕਰਦੇ ਨੇ। ਦੇਖੋ ਜਿੱਥੇ 365 ਕਰੋੜ ਰੁਪਏ ਪ੍ਰੋਫਿਟ ਹੈ, ਹੁਣ 365 ਕਰੋੜ ਰੁਪਏ ਪ੍ਰੋਫਿਟ ਲੈਣ ਵਾਸਤੇ ਘੱਟੋ ਘੱਟ ਕੰਪਨੀ ਨੂੰ 5 ਤੋਂ 10 ਹਜ਼ਾਰ ਕਰੋੜ ਰੁਪਏ ਖਰਚਣਾ ਚਾਹੀਦਾ। ਤੇ ਚੰਡੀਗੜ੍ਹ ਐਡਮਿਸ਼ਨ 200 ਕਰੋੜ ਚਲੋਂ ਦੇ ਰਹੀ ਹੈ। ਚੰਡੀਗੜ੍ਹ ਦੇ ਵਿੱਚ ਘੱਟੋ ਘੱਟ
ਇਲੈਕਟ੍ਰਿਸਿਟੀ ਡਿਪਾਰਟਮੈਂਟ ਦਾ 50,000 ਕਰੋੜ ਦਾ ਇਨਫਰਾਸਟ੍ਰਕਚਰ ਹੈ, 50,000 ਕਰੋੜ ਦਾ ਪ੍ਰਾਪਰਟੀ ਹੈ। ਚੰਡੀਗੜ੍ਹ 'ਚ ਘੱਟੋ ਘੱਟ ਵੀ ਆਪਾਂ ਰੈਜ਼ੀਡੈਂਸ ਏਰੀਆ ਦੇ ਪ੍ਰਾਈਸ 'ਚ ਲਾ ਕੇ ਚੱਲੀ ਨਾ 1 ਲੱਖ ਰੁਪਏ ਗੱਜ ਰੇਟ ਹੈ ਰੈਜ਼ੀਡੈਂਸ ਏਰੀਆ ਦੀ। ਕਮਰਸ਼ੀਅਲ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਹੈਗੀਆਂ, ਘੱਟੋ ਘੱਟ ਅਸੀਂ ਸਾਰੀ ਟੋਟਲ ਕਰ ਲਈਏ ਤਾਂ ਘੱਟੋ ਘੱਟ 50,000 ਕਰੋੜ ਰੁਪਏ ਦੀ ਪ੍ਰਾਪਰਟੀ ਹੈ। ਦੇਖੋ ਇੱਕ ਪ੍ਰਾਈਵੇਟ ਬੰਦੇ ਨੂੰ ਦੇ ਕੇ, ਇੱਕ ਬਿਜ਼ਨਸਮੈਨ ਨੂੰ ਦੇ ਕੇ, ਜਿਹੜਾ ਅੱਜ ਸਰਕਾਰ 365 ਕੱਢ ਰਹੀ ਹੈ ਤਾਂ ਪ੍ਰਾਈਵੇਟ ਬੰਦਾ ਤਾਂ ਸਾਡੇ ਲੋਕਾਂ ਦੇ ਇਦਾਂ ਤਾਂ ਨਹੀਂ ਲੱਗਦਾ ਨਾਲ ਪੰਜਾਬ ਦਾ ਮੋਹਾਲੀ ਪੈਂਦਾ, ਜੀਰਕਪੁਰ ਪੈਂਦਾ, ਨਵਾਂਗਾঁव ਪੈਂਦਾ, ਆਮ ਇਹ ਕਿਹਾ ਜਾਂਦਾ ਵੀ ਪੰਜਾਬ ਤੋਂ ਇੱਥੇ ਬਿਜਲੀ ਜਿਹੜੀ ਹੈ ਉਹ 1/3 ਰੇਟ ਹੈ, ਸਸਤੀ ਬੜੀ ਹੈ। ਕਿਤੇ ਇਹ ਤਾਂ ਨਹੀਂ ਵੀ ਪ੍ਰਸ਼ਾਸਨ ਨੂੰ ਲੱਗਦਾ ਸਸਤੀ ਕਿਉਂ ਇਹਨੂੰ ਵਧਾਈਏ? ਨਹੀਂ, ਇਹ ਸਸਤੀ ਦੀ ਗੱਲ ਨਹੀਂ ਹੈ। ਇੱਕ ਚੰਡੀਗੜ੍ਹ ਦਾ ਸਪੈਸ਼ਲ ਸਟੇਟਸ ਹੈ, ਪੰਜਾਬ ਤੇ ਹਰਿਆਣਾ ਦੀ ਕੈਪੀਟਲ ਹੈ। ਪੰਜਾਬ ਤੋਂ ਹਰਿਆਣਾ ਦੇ ਲੋਕ ਆ ਕੇ ਹੀ ਰਹਿੰਦੇ ਨੇ। ਇੱਕ ਜਿਵੇਂ ਇੱਥੇ ਸਰਵਿਸ ਕਲਾਸ ਲੋਕ ਨੇ, ਜਿਵੇਂ ਲੋਕ ਰਿਟਾਇਰ ਹੋ ਕੇ ਇੱਥੇ ਰਹੇ ਨੇ। ਇੱਕ ਲੋਕਾਂ ਨੇ ਇੱਕ ਆਪਣਾ ਚੰਡੀਗੜ੍ਹ ਨੂੰ ਇੱਕ ਖਾਸ ਏਰੀਆ ਬਣਾਇਆ ਗਿਆ ਕਿ ਲੋਕਾਂ ਨੂੰ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ, ਅੱਛਾ ਸ਼ਹਿਰ ਹੈ, ਬੜਾ ਸਾਫ਼ ਸੁਥਰਾ ਹੈ। ਲੋਕ ਇੱਕ ਜ਼ਿਆਦਾਤਰ ਇੱਥੇ 50% ਤਾਂ ਰਿਟਾਇਰਡ ਬੰਦੇ ਰਹਿੰਦੇ ਨੇ। ਉਹਨਾਂ ਉੱਪਰ ਅੱਜ ਅੱਜ ਜਿਹੜਾ ਆਪਾਂ ਹੁਣ ਕਹਿੰਦੇ ਆ ਬੰਬੇ 'ਚ ਪ੍ਰਾਈਵੇਟ ਹੈ, ਉੱਥੇ 10 ਰੁਪਏ ਯੂਨਿਟ ਹੈ, ਉਹ ਐਜ਼ ਕੰਪੇਅਰ ਇੱਥੇ 4 ਲੱਗਦਾ ਫਿਰ ਉਹਨਾਂ ਨੂੰ ਲੱਗਦਾ ਵੀ ਬਿੱਟੂ ਵਰਗੇ ਮੋਟੇ ਜਿਹੜੇ ਢੰਡਾੜ ਬੰਦੇ ਰਹਿੰਦੇ 10 ਰੁਪਏ ਕਿਉਂ ਨਾ ਕਰ ਦਿੱਤਾ ਜਾਵੇ। ਧਿਆਨ ਸਿੰਘ ਜੀ, ਪਾਵਰਮੈਨ ਯੂਨੀਅਨ ਦੇ ਪ੍ਰਧਾਨ ਜੇ ਤੁਸੀਂ ਇਹ ਸਮਝਾਉਣ ਦਾ ਯਤਨ ਕਰੋ। ਇਹ ਕਹਿ ਰਹੇ ਵੀ ਪ੍ਰੋਫਿਟ 'ਚ ਜਾ ਰਹੇ ਜੇ ਤੁਸੀਂ, ਸਾਰਾ ਕੁਝ ਠੀਕ ਹੈ, ਬਿਜਲੀ ਗੁੱਲਮ ਨਹੀਂ ਹੁੰਦੀ, ਫਿਰ ਕਿਉਂ ਦੇ ਰਹੇ? ਤਰਲੋਚਨ ਜੀ, ਇਹੀ ਤੇ ਬੜੇ ਦੁੱਖ ਦੀ ਗੱਲ ਹੈ ਕਿ 17/4/2020 ਨੂੰ ਸਰਕਾਰ ਜਦੋਂ ਕਰੋਨਾ ਆਪਣੇ ਪੀਕ ਤੇ ਸੀਗਾ ਪਿਛਲੇ ਸਾਲ, ਤਾਂ ਕਿ ਆਤਮ ਨਿਰਭਰ ਭਾਰਤ ਦੇ ਨਾਂ ਤੇ ਇੱਕ ਪਾਲਿਸੀ ਲੈ ਕੇ ਆਈ, ਜਿਹਦੇ 'ਚ ਇਹ ਫੈਸਲੇ ਕੀਤੇ ਗਏ ਕਿ ਦੇਸ਼ ਦੇ ਜਿਹੜੇ ਬਿਜਲੀ ਬੋਰਡ ਹੈ ਜਾਂ ਜਿਹੜੇ ਯੂਟੀਜ਼ ਦੇ ਬੋਰਡ ਹੈ, ਉਹਨਾਂ ਨੂੰ ਤੋੜ ਕੇ ਪ੍ਰਾਈਵੇਟ ਨਿੱਜੀ ਹੱਥਾਂ 'ਚ ਦੇਣਾ ਹੈ। ਜਦੋਂ ਇਹ ਸਾਨੂੰ ਪਤਾ ਲੱਗਿਆ, ਅਸੀਂ ਉਸੇ ਦਿਨ ਤੋਂ ਪ੍ਰੋਟੈਸਟ ਚਾਲੂ ਕਰ ਦਿੱਤੇ। ਅਸੀਂ ਲਗਾਤਾਰ ਐਜੀਟੇਸ਼ਨਾਂ ਲੜੀਆਂ, ਆਪਣੇ ਮੰਗ ਪੱਤਰ ਦਿੱਤੇ। ਕਈ ਮੰਗ ਪੱਤਰ ਅਸੀਂ ਪੀਐਮਓ ਨੂੰ ਭੇਜੇ, ਪਾਵਰ ਮਿਨਿਸਟਰ ਨੂੰ ਭੇਜੇ, ਗਵਰਨਰ ਸਾਹਿਬ ਨੂੰ ਭੇਜੇ, ਐਡਵਾਈਜ਼ਰ ਸਾਹਿਬ ਨੂੰ ਭੇਜੇ, ਲੇਕਿਨ ਸਾਡੀ ਗੱਲ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ। ਬਲਕਿ ਕਦੇ ਇਹ ਵੀ ਜ਼ਹਿਮਤ ਨਹੀਂ ਉਠਾਈ ਕਿ ਇਹ ਜੋ ਗੱਲ ਕਹਿ ਰਹੇ ਨੇ ਤੇ ਗੱਲ ਹੀ ਸੁਣੀ ਜਾਏ, ਕਿਉਂਕਿ ਇਹ ਸਾਰੇ ਸਿਸਟਮ 'ਚ ਤੁਹਾਡੀ ਕੋਈ ਸੁਣਵਾਈ ਹੋਈ ਨਹੀਂ, ਕੋਈ ਰਾਏ ਨਹੀਂ ਲਈ ਤੁਹਾਡੇ? ਬਿਲਕੁਲ ਨਹੀਂ ਲਈ ਗਈ ਜੀ। ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਨੌਕਰੀ ਕਰਦੇ? ਮੈਨੂੰ 32 ਸਾਲ ਹੋ ਗਏ ਜਿਸ ਮਹਿਕਮੇ 'ਚ, ਪੂਰੀ ਜ਼ਿੰਦਗੀ ਲਗਾ ਦਿੱਤੀ। ਮੈਡਮ, ਤੁਹਾਨੂੰ ਕੀ ਸ਼ੰਕਾ ਜੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ? ਨਹੀਂ ਸਰ, ਸਾਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਸਾਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਕਿਉਂ ਜਾ ਰਿਹਾ, ਇਹਦਾ ਰੀਜ਼ਨ ਕੀ ਹੈ। ਅਸੀਂ ਤਾਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੇ ਹਾਂ ਕਿ ਇਹਦਾ ਰੀਜ਼ਨ ਤਾਂ ਸਾਨੂੰ ਕਮ ਸੇ ਕਮ ਦੱਸਿਆ ਜਾਵੇ। ਪਰ ਆਉਣ ਵਾਲੀ ਜਿਹੜੀ ਪ੍ਰਾਈਵੇਟ ਕੰਪਨੀ ਆ ਉਹ ਸਾਡੇ ਲਈ ਕਿਆ ਟਰਮਸ ਐਂਡ ਕੰਡੀਸ਼ਨਸ ਲੈ ਕੇ ਆ ਰਹੀ ਹੈ, ਇਹ ਵੀ ਸਾਨੂੰ ਕੁਝ ਨਹੀਂ ਪਤਾ। ਮਤਲਬ ਇੱਕ ਡਰ ਦਾ ਮਾਹੌਲ ਹੈ? ਬਿਲਕੁਲ ਜੀ। ਓਕੇ, ਸੋ ਡਰ ਦਾ ਮਾਹੌਲ ਹੈ। ਇਸੇ ਤਰ੍ਹਾਂ ਆਪਾਂ ਹੋਰ ਵੀ ਗੱਲ ਕਰਦੇ ਹਾਂ। ਦੋਸਤ, ਤੁਸੀਂ ਵੀ ਬੜੇ ਨਾਅਰੇ ਲਾ ਰਹੇ ਜੇ, ਲਗਾਤਾਰ ਚੱਲ ਰਹੇ ਆ। ਇਹ ਥੋੜ੍ਹਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਕਿਉਂ ਤੁਹਾਡੇ ਕੋਲੋਂ ਖੋਹ ਕੇ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾ ਰਿਹਾ, ਤੁਹਾਡੇ 'ਚ ਕੀ ਘਾਟ ਸੀ ਔਰ ਇਹਦਾ ਫਾਇਦਾ ਕੀ ਹੋਊਗਾ? ਸਰ ਜੀ, ਘਾਟ ਤੇ ਸਰਕਾਰ ਹੀ ਦੱਸ ਸਕਦੀ ਹੈ ਕਿ ਸਾਡੇ 'ਚ ਘਾਟ ਕੀ ਹੈ। ਲੇਕਿਨ ਪਿਛਲੇ ਮੇਰੀ 1985 ਦੀ ਭਰਤੀ ਹੈ ਇਸ ਮਹਿਕਮੇ 'ਚ, 36 ਸਾਲ ਹੋ ਗਏ ਆ। ਲੇਕਿਨ ਜਿਵੇਂ ਕਿ ਜੋਸ਼ੀ ਜੀ ਵੀ ਦੱਸ ਰਹੇ ਆ, ਧਿਆਨ ਸਿੰਘ ਜੀ ਨੇ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਪ੍ਰੋਫਿਟ 'ਚ ਜਾ ਰਿਹਾ ਮਹਿਕਮਾ, ਔਰ ਸਾਰੇ ਇੱਥੋਂ ਦੇ ਜਿਹੜੇ ਰੈਜ਼ੀਡੈਂਸ਼ੀਅਲ ਲੋਕ ਨੇ, ਕਿਸੇ ਨੂੰ ਕੋਈ ਕੰਪਲੇਂਟ ਨਹੀਂ ਹੈ, ਬੜੇ ਵਧੀਆ ਢੰਗ ਨਾਲ ਸਾਰੇ ਸਾਥੀ ਕੰਮ ਕਰਦੇ ਆ। ਇਹਦੇ ਬਾਵਜੂਦ ਕਰਦੇ ਆ ਕਿ ਨਾ ਸਾਡੇ ਕੋਲ ਪੂਰਾ ਸਮਾਨ ਹੈ, TNP ਸਾਨੂੰ ਮਿਲਦੇ ਨਹੀਂ, ਜਿਹੜੇ ਮੌਕੇ ਤੇ ਮਿਲਣੀ ਚਾਹੀਦੀ, ਬੜਾ ਜ਼ਰੂਰੀ ਹੈ ਕਿਉਂਕਿ ਬੜਾ ਰਿਸਕੀ ਕੰਮ ਹੁੰਦਾ। ਤੇ ਇਹਦੇ ਬਾਵਜੂਦ ਜੋਸ਼ੀ ਜੀ ਨੇ ਦੱਸਿਆ ਕਿ 700 ਤੋਂ ਵੀ ਘੱਟ ਸਾਡੀ ਗਿਣਤੀ ਆ, 1780 ਪੋਸਟਾਂ ਸਾਡੀਆਂ ਸੈਂਕਸ਼ਨ ਨੇ। ਲੇਕਿਨ ਭਰਤੀ ਕਰਨ ਦੀ ਬਜਾਏ, ਸਾਡੀਆਂ ਹੋਰ ਜਿਹੜੀਆਂ ਡਿਮਾਂਡਾਂ ਮੰਨਣ ਦੀ ਬਜਾਏ, ਇਹ ਜਿਹੜਾ ਸਾਡੇ ਤੇ ਕੁਹਾੜਾ ਚਲਾਇਆ ਜਾ ਰਿਹਾ, ਸਾਡਾ ਆਲਣਾ ਢਾਇਆ ਜਾ ਰਿਹਾ ਕਿਸਮ ਦਾ, ਸਾਨੂੰ ਤਾਂ ਬੜਾ ਮਹਿਸੂਸ ਹੋ ਰਿਹਾ ਕਿ ਅਸੀਂ ਆਏ ਸੀ 36 ਸਾਲ ਆਲਨੇ ਤਾਂ ਬਿਠਾਇਆ ਕਿਹਨੂੰ ਜਾ ਰਿਹਾ? ਬਿਠਾਇਆ ਜਾ ਰਿਹਾ ਆਪਣੇ ਯਾਰਾਂ ਨੂੰ। ਫੱਤੋ ਦੇ ਜਿਹੜੇ ਯਾਰ ਨੇ ਆਪਾਂ ਸਾਰੇ ਜਾਣਦੇ ਆ, ਸਾਰੇ ਹਿੰਦੁਸਤਾਨ ਨੂੰ ਪਤਾ ਕਿ ਕਿਹਨਾਂ ਨੂੰ ਸਾਰਾ ਹਿੰਦੁਸਤਾਨ ਵੇਚਿਆ ਜਾ ਰਿਹਾ। ਤੁਸੀਂ ਕੀ ਕਹੋਗੇ? ਬਿਲਕੁਲ ਸਰ, ਬਹੁਤ ਅਪਸੈਟ ਹੈ ਥਿੰਗ, ਕਿਉਂਕਿ ਸਰ ਮੋਦੀ ਜੀ ਜਿਸ ਤਰ੍ਹਾਂ ਕਹਿੰਦੇ ਕਿ ਆਪਾਂ ਰੋਜ਼ਗਾਰ ਦੇਵਾਂਗੇ, ਬਟ ਇੱਧਰ ਤਾਂ ਉਹ ਛਿਨ ਰਹੇ ਰੋਜ਼ਗਾਰ। ਦੇਖੋ, ਉਹਨਾਂ ਨੂੰ ਕੱਚੇ ਇੰਪਲੋਇਜ਼ ਨੂੰ ਪੱਕਾ ਕਰਨਾ ਚਾਹੀਦਾ, ਉਲਟਾ ਪੱਕਿਆਂ ਨੂੰ ਕੱਢ ਰਹੇ, ਕੱਚਾ ਕਰ ਰਹੇ ਆ ਪੱਕਿਆਂ ਨੂੰ। ਸੋ ਦੇਖੋ,
ਮੋਦੀ ਸਾਹਿਬ ਨੂੰ ਇੱਕ ਅਪੀਲ ਹੀ ਕੀਤੀ ਹੈ ਵੀ ਤੁਸੀਂ ਘੱਟੋ ਘੱਟ ਪੱਕੇ ਤੇ ਕੱਚੇ ਨਾ ਕਰੋ। ਹੁਣ ਕੱਚੇ ਹੋ ਜਾਓਗੇ ਤੁਸੀਂ? ਸਰ ਜ਼ਰੂਰ, ਇਹ ਤਾਂ ਬਿਲਕੁਲ ਡੈਫੀਨੇਟਲੀ ਕੱਚੇ ਦਾ ਹੋਣਾ ਹੀ ਹੈ। ਹੁਣ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਸਰ 1990 ਦੇ ਵਿੱਚ ਮਹਿਕਮਾ ਜੁਆਇਨ ਕਰਿਆ। ਬਹੁਤ ਖੂਨ ਪਸੀਨੇ ਨਾਲ ਅਸੀਂ ਇਹ ਮਹਿਕਮਾ ਸਿੰਜਿਆ। ਇਹ ਅਸੀਂ 11 KV 33 KV 66 KV ਅਸੀਂ ਆਪਣੇ ਹੱਥੀਂ ਬਣਾਈਆਂ ਸਾਰੇ। ਬਹੁਤ ਜ਼ੋਰ ਲਾ ਕੇ, ਬੜਾ ਦੁੱਖ ਲੱਗਦਾ ਇਸ ਗੱਲ ਦਾ। ਬੜੀ ਮਿਹਨਤ ਕਰੀ, ਇੰਨੇ ਖੂਨ ਪਸੀਨੇ ਨਾਲ ਮਹਿਕਮਾ ਸਿੰਜਿਆ। ਸਾਡੇ ਸੈਂਕੜੇ ਸਾਥੀ ਸਾਡੇ ਸ਼ਹੀਦ ਹੋ ਗਏ ਮਹਿਕਮਾ ਸਿੰਜਦੇ ਹੋਏ, ਆਪਣੀਆਂ ਕੁਰਬਾਨੀਆਂ ਕਰੀਆਂ ਬਹੁਤ ਜ਼ਿਆਦਾ। ਹੁਣ ਬੜਾ ਦੁੱਖ ਆ ਰਿਹਾ ਹੈ। ਮੈਂ ਇਹ ਜਿਹੜੀ ਮੋਦੀ ਸਰਕਾਰ ਹੈ, ਇਹ ਮਹਿਕਮੇ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਦੇਖਿਆ ਗਿਆ ਹੁਣ ਤੇ ਸ਼ਾਇਦ ਹਾਈਡ੍ਰੋਲਿਕ ਪੌੜੀਆਂ ਆ ਗਈਆਂ। ਪਹਿਲਾਂ ਲੱਕੜ ਦੀਆਂ ਪੌੜੀਆਂ 2 ਸਾਈਕਲਾਂ ਨਾਲ ਬੰਨ੍ਹ ਕੇ ਤੇ ਬਿਜਲੀ ਮੁਲਾਜ਼ਮ ਜਾਂਦੇ ਹੁੰਦੇ ਸੀ। ਤੇ ਹੁਣ ਲੱਗਦਾ ਨਹੀਂ ਵੀ ਤੁਹਾਡੀ ਲੋੜ ਨਹੀਂ, ਤੁਸੀਂ ਤੇ ਲੱਕੜਾਂ ਵਾਲੀ ਪੌੜੀਆਂ ਵਾਲੇ ਜੇ? ਸਰ ਸਾਨੂੰ ਪਤਾ ਹੈ ਕਿ ਅਸੀਂ ਜਿਹੜੀ ਲੱਕੜ ਦੀ ਪੌੜੀਆਂ ਦੇ ਨਾਲ 20-30 ਫੁੱਟ ਦੇ ਪੋਲ ਹੁੰਦੇ ਸੀਗੇ, ਸਟੀਲ ਆਰ ਠੀਕ ਕਰਦੇ ਸੀਗੇ ਤੇ ਕਰੰਟ ਵੀ ਲੱਗਦੇ ਸੀਗੇ। ਆਮ ਬੰਦੇ ਦੀਆਂ ਲੱਤਾਂ ਕੰਬਦੀਆਂ ਤੁਹਾਨੂੰ ਖੰਭਿਆਂ ਤੇ ਦੇਖ ਕੇ। ਬਿਲਕੁਲ ਜੀ, ਸਾਨੂੰ ਲੋਕੀ ਕੰਪਲੇਂਟਾਂ ਕਰਦੇ ਸਾਡੀ ਲਾਈਟ ਬੰਦ ਹੈ। ਅਸੀਂ ਉਹਨਾਂ ਨੂੰ ਵਿਦਿਨ 2 ਘੰਟੇ ਜਾਂ 3 ਘੰਟੇ ਦੇ ਵਿੱਚ ਜਿਹੜੀ ਸਟੀਲ ਲਾਈਟ ਸਾਰੀ ਠੀਕ ਕਰਕੇ ਦਿੰਦੇ ਸੀਗੇ। ਤੇ ਇੰਨਾ ਪ੍ਰੋਫਿਟ ਹੋਣ ਦੇ ਬਾਵਜੂਦ ਵੀ ਜਿਹੜੀ ਮੋਦੀ ਗਵਰਨਮੈਂਟ ਹੈਗੀ ਹੈ, ਇਹ ਅਡਾਨੀ ਤੇ ਅਬਾਨੀ ਜਿਹੜੇ 2 ਉਹਦੇ ਚਾਚੇ ਤਾਏ ਨੇ, ਸਿਰਫ ਉਹਨਾਂ ਨੂੰ ਡਿਪਾਰਟਮੈਂਟ ਵੇਚਣ ਲੱਗੀ ਹੋਈ ਹੈ। ਸਰ ਜਦੋਂ ਅਸੀਂ ਮਹਿਕਮਾ ਜੁਆਇਨ ਕੀਤਾ, ਬੜੇ ਇੱਕ ਉਮੰਗ ਹੁੰਦੀ ਹੈ, ਚਾਹ ਹੁੰਦੀ ਵੀ ਗੌਰਮੈਂਟ ਡਿਪਾਰਟਮੈਂਟ ਜੁਆਇਨ ਕੀਤਾ ਹੈ। ਬਟ ਹਲੇ ਸਾਡੀ ਪਹਿਲਾਂ ਤਾਂ ਸਰਕਾਰ ਨੇ ਸਾਡੀ ਪੈਨਸ਼ਨ ਲਈ ਜੋ ਨਵੇਂ ਮੁਲਾਜ਼ਮ ਨੇ ਇਹਦੀ 2003 ਤੋਂ 4 ਤੋਂ ਬਾਅਦ ਪੈਨਸ਼ਨ ਨਹੀਂ ਹੈ। ਪਹਿਲਾਂ ਤਾਂ ਉਹ ਕੁਆੜਾ ਚਲਾਇਆ, ਹੁਣ ਸਾਨੂੰ ਇਹ ਚੰਡੀਗੜ੍ਹ ਦਾ ਇੱਕ ਪ੍ਰੋਫਿਟ ਵਾਲਾ ਮਹਿਕਮਾ ਪ੍ਰਾਈਵੇਟ ਕਰਕੇ ਦੂਜਾ ਖਵਾੜਾ ਚਲਾਉਣ ਜਾ ਰਹੀ ਹੈ। ਬੜਾ ਦੁੱਖ ਹੁੰਦਾ ਹੈ, ਰੋਣਾ ਵੀ ਆਉਂਦਾ ਹੈ ਵੀ ਐਡਾ। ਪ੍ਰਦੀਪ ਚੋਪੜਾ ਜੀ, ਤੁਸੀਂ ਬਿੱਟੂ ਹੁਣਾਂ ਨਾਲ ਫੈਡਰੇਸ਼ਨ 'ਚ ਸਰਗਰਮ ਜੇ। ਮੁਲਾਜ਼ਮਾਂ ਨੂੰ ਜਾਂ ਬਿਜਲੀ ਵਿਭਾਗ ਨੂੰ ਬਚਾਉਣ ਲਈ ਕੋਈ ਯੁਕਤ ਹੈਗੀ ਤੁਹਾਡੇ ਕੋਲ? ਦੇਖੋ ਜੀ, ਇਹ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ, ਇਹ ਇੱਕ ਬਹੁਤ ਹੀ ਮਾੜਾ ਪ੍ਰੈਸੀਡੈਂਟ ਸੈੱਟ ਕਰ ਰਹੇ ਨੇ। ਕਿ ਵੈਸੇ ਆਮ ਆਦਮੀ ਨੂੰ ਕਿ ਪੁੱਛਿਆ ਜਾਏ ਨਾ ਵੀ ਜਿਵੇਂ ਸਰਕਾਰ ਦੇ ਵਿੱਚ ਕਈ ਮਹਿਕਮੇ ਹੈ, ਬਿਜਲੀ ਮਹਿਕਮਾ ਜਿਹੜਾ ਹੈ ਉਹ ਨੰਬਰ 1 ਤੇ ਆਉਂਦਾ ਹੈ। ਰੈਜ਼ੀਡੈਂਟਸ ਨੂੰ ਹਮੇਸ਼ਾ ਦੂਜੇ ਮਹਿਕਮਿਆਂ ਤੋਂ ਕੰਪਲੇਂਟ ਹੁੰਦੀ ਹੈ ਕਿ ਉਹ ਠੀਕ ਕੰਮ ਨਹੀਂ ਕਰ ਰਹੇ, ਉਹਨਾਂ ਦੀ ਸਰਵਿਸ ਠੀਕ ਨਹੀਂ ਹੈ ਤੇ ਉਹਨਾਂ ਦਾ ਬਿਹੇਵੀਅਰ ਠੀਕ ਨਹੀਂ ਹੈ। ਲੇਕਿਨ ਮੈਂ ਐਜ਼ ਰੈਜ਼ੀਡੈਂਟ ਆਫ ਦੀ ਸਿਟੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਿਜਲੀ ਮਹਿਕਮਾ ਇੱਕ ਐਸਾ ਮਹਿਕਮਾ ਹੈ ਜਿਹੜਾ ਨੰਬਰ 1 ਤੇ ਹੈ। ਜੇ ਲੱਗਦਾ ਨਹੀਂ ਨੰਬਰ 1 ਨੂੰ ਨਜ਼ਰ ਲੱਗ ਗਈ ਕਿਤੇ? ਨਜ਼ਰ ਲੱਗ ਗਈ ਹੈ ਜੀ, ਜਾਂ ਇਹ ਕਹਿੰਦੇ ਆ ਵੀ ਚੰਗਾ ਕੰਮ ਕਰੋ ਕਿਉਂ। ਇਹ ਜਦੋਂ ਪ੍ਰਾਈਵੇਟ ਹੱਥਾਂ 'ਚ ਜਾਏਗੀ ਤਾਂ JERC ਦਾ ਵੀ ਕੰਟਰੋਲ ਗਿਆ। ਫਿਰ 2 ਰੁਪਏ ਯੂਨਿਟ ਵਧਣ ਜਾਂ 5 ਰੁਪਏ ਯੂਨਿਟ ਵਧਣ, ਉਹ ਪ੍ਰਾਈਵੇਟ ਵਾਲੇ ਦੀ ਮਰਜ਼ੀ ਹੈ। ਮਤਲਬ ਇਹ ਆਮ ਲੋਕਾਂ ਦੀ ਸੁਣਵਾਈ ਖਤਮ ਹੋ ਜਾਊਗੀ। ਗਿੱਲ ਸਾਹਿਬ, ਤੁਸੀਂ ਕਹਿਣਾ ਕੁਝ? ਮੈਂ ਜੀ ਇੱਥੇ ਕੋਈ 25 ਸਾਲਾਂ ਤੋਂ ਇੱਥੇ ਚੰਡੀਗੜ੍ਹ 8 ਸੈਕਟਰ 'ਚ ਰਹਿੰਦਾ। ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਮਹਿਕਮਾ ਇੰਨਾ ਵਧੀਆ ਹੈ ਕਿਉਂਕਿ ਸਾਡੇ ਉਹ ਸੈਕਟਰ 'ਚ ਟਰੀਜ਼ ਵਗੈਰਾ ਬਹੁਤ ਜ਼ਿਆਦਾ। ਬਾਰਿਸ਼ ਹੁੰਦੀ ਹੈ, ਹਨੇਰੀ ਆਉਂਦੀ ਹੈ, ਡਿੱਗ ਪੈਂਦੇ ਆ, ਲਾਈਨ ਬੰਦ ਹੋ ਜਾਂਦੀ ਹੈ। ਵਿਦਨ 15 ਮਿੰਟਸ ਅਸੀਂ ਕਾਲ ਕਰਦੇ ਹਾਂ ਤੇ ਕੋਈ ਮੀਂਹ ਨਹੀਂ ਦੇਖਦੇ, ਕੋਈ ਹਨੇਰੀ ਨਹੀਂ ਦੇਖਦੇ, ਕੋਈ ਆਪਦੀ ਲਾਈਫ ਦਾ ਰਿਸਕ ਨਹੀਂ ਦੇਖਦੇ। ਗੋਪਾਲ ਜੀ, ਇਹ ਦੱਸੋ ਮੈਨੂੰ ਮਾੜਾ ਜਿਹਾ, ਜਿਹੜੇ ਜੇ ਦੇਤਾ ਪ੍ਰਾਈਵੇਟ ਹੱਥਾਂ 'ਚ, ਜਿਹੜੇ ਮੌਜੂਦਾ ਇਨਕੰਬੈਂਟ EMPLOYE ਨੇ, ਉਹਨਾਂ ਦਾ ਫਿਊਚਰ ਕੀ ਹੋਊਗਾ ਤੇ ਜਿਹੜੀ ਨਵੀਂ ਭਰਤੀ ਕਰਨੀ ਹੈ ਉਹਨਾਂ ਦਾ ਕੀ ਹੋਊਗਾ? सबसे पहले सरकार ने पिछले 4-5 सालों में पहले भी 2013 में भी, उससे पहले भी कारपोरेटाइज करने का फैसला किया था। उसका भी हमने विरोध किया। अगर सरकार अब सीधे तौर पर जो प्रधान जी ने बताया, ध्यान जी ने 17/4 के जो फैसला है कोविड की आड़ में लेके सरकार ने किया कि जो बिजली अमेंडमेंट बिल है उसको अमेंडमेंट करना है, वो भी पार्लियामेंट में पेंडिंग है। उसके बाद इमीडिएटली फैसला कर लिया कि जो यूटीज हैं उनकी 100% जो है वो प्राइवेटाइजेशन करनी है, डिस्ट्रीब्यूशन की। एक तरफ सरकार करेगी 100% प्राइवेटाइजेशन करनी है, दूसरी तरफ सरकार करेगी जो कंपटीशन करना है। जो लॉस में जा रहे हैं वही डिपार्टमेंट बेचने हैं, लेकिन यहाँ पर प्रॉफिट के बावजूद जो है डिपार्टमेंट बेचा जा रहा है। और इसमें ये सरकार फैसला करेगी जो बिल्डिंग है, जिसने जिक्र किया गया कि टोटल जो है लैंड है, बिल्डिंग है, असेट्स हैं, उनकी कीमत जो है ₹1 प्रति महीना। डिटेल दस्यो मैंने प्रति महीना भी किस तरह जो है जस्टिफाइड है कि सारे जो मतलब अरबों की कीमत है उसकी अगर हम ₹1 वैल्यू लगाएं तो हम किसको बेनिफिट देना चाह रहे हैं। दूसरी तरफ जो है वो पब्लिक का जो पैसा है 157 करोड़ सिक्योरिटी अमाउंट है, ACD की अमाउंट है, वो अमाउंट भी सरकार करेगी। जो प्राइवेट एंटिटी आएगी, जो सक्सेसफुल बिडर होएगा, उसके खाते डालेंगे। इसका मतलब पब्लिक का पैसा भी उनके खाते डालने की बात की जा रही है। मुलाजिमों का 300 करोड़ का GP फंड है जो AG में यहाँ जमा है। सरकार कह रही कि ट्रस्ट बना के वो सारा पैसा जो है ट्रस्ट के हवाले करेंगे। अगर कल को पैसा निकालने वाली बात आती है कि AG में जो है वो इंटरेस्ट नहीं लगता, उसके बाद टैक्स नहीं लगता, उस अमाउंट के बाद टैक्स लगेगा।
यानी मुलाजिम का पैसा भी जो है, जो गाढ़ी कमाई का पैसा है, ਥੋੜਾ उसमें ਮੈਂ ਫਿਰ private ਪਹਿਲਾ ਸਵਾਲ ਇਹ ਸੀ ਵੀ ਜਿਹੜੇ ਮੌਜੂਦਾ ਮੁਲਾਜ਼ਮ ਨੇ ਉਹਨਾਂ ਦਾ ਫਿਊਚਰ ਕੀ ਹੈ ਤੇ ਨਵੀਂ ਭਰਤੀ ਕਿਵੇਂ ਹੋਊ? उनका फ्यूचर तो सरकार ने पहले ही जो है फैसला कर लिया कि कोई भी जो है नई भर्ती नहीं करनी है। और जो मुलाजिम जो जिनको ट्रांसफ़र करना है, सबसे पहले सरकार अगर कोई काम कर रही है, कोई कार्रवाई कर रही है, तो उनको मुलाजिमों के लिए जो है ट्रांसफ़र पॉलिसी जो है बनानी चाहिए थी एक्ट के मुताबिक भी। लेकिन यहाँ सरकार जो है एक्ट की वायलेशन करके मुलाजिमों के बारे जो है कोई भी जो है जिनकी जो RFP है, जो टेंडर फ्लोटिंग कर रहे हैं, जो बिडिंग सिस्टम है, उसमें मुलाजिम का कोई उन्होंने जो है फैसला नहीं किया। उनका फ्यूचर जो है सरकार पूरा बर्बाद कर रही है, उनको अंधेरे में डाल रही सरकार। इसलिए हम इसके खिलाफ लगातार संघर्ष कर रहे हैं। ਸੰਘਰਸ਼ ਕਰਾਂਗੇ। ਗੁਰਬੀਰ ਚੰਦ ਜੀ, ਤੁਸੀਂ ਸਾਂਝੀ ਫੈਡਰੇਸ਼ਨ ਦੇ ਲੀਡਰ ਜੇ, ਬਿਜਲੀ ਵਿਭਾਗ ਦੇ ਕੁਹਾੜਾ ਚੱਲ ਰਿਹਾ, ਕੱਲ ਨੂੰ ਰਾਹ ਖੁੱਲ ਗਿਆ ਤੇ ਕਹਿੰਦੇ ਪਿਆ ਪੈ ਗਿਆ ਤੇ ਹੋਰ ਵੀ ਵਿਭਾਗ ਖਾਧੇ ਜਾ ਸਕਦੇ ਆ, ਕੋਈ ਸਾਂਝੇ ਤੌਰ ਤੇ ਸੰਘਰਸ਼ ਬਣਾ ਰਹੇ ਨੇ? ਤਰਲੋਚਨ ਸਿੰਘ ਜੀ, ਪਹਿਲਾਂ ਆਪਾਂ ਤੁਹਾਡਾ ਧੰਨਵਾਦ ਕਰਾਂਗੇ ਜਿਹੜੀ ਤੁਸੀਂ ਅੱਜ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਆ। ਜਿਹੜਾ ਬਿਜਲੀ ਦਾ ਡਿਪਾਰਟਮੈਂਟ ਆ, ਇਹ ਜਦੋਂ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ, ਉਦੋਂ ਤੋਂ ਲੈ ਕੇ ਅੱਜ ਤੱਕ ਦੇਸ਼ ਇਹਦੀ ਚੰਡੀਗੜ੍ਹ ਦੇ ਵਸਿੰਦੇ ਜਿਹੜੇ ਲੋਕ ਉਹਨਾਂ ਦੀ ਸੇਵਾ ਕਰਦਾ ਆ ਰਿਹਾ। ਔਰ ਇਹ ਲੋਕਾਂ ਨੇ ਇੰਨੀ ਮਿਹਨਤ ਕੀਤੀ ਆ ਕਿ ਸਾਡੇ ਜਿਹੜੇ ਬਜ਼ੁਰਗ ਹੈ, ਹੁਣ ਬਜ਼ੁਰਗਾਂ ਤੋਂ ਅਸੀਂ ਸੁਣਿਆ ਕਿ ਇਹਨਾਂ ਲੋਕਾਂ ਨੇ ਜਦੋਂ ਕੰਮ ਕੀਤਾ ਸ਼ੁਰੂ 'ਚ, ਉਦੋਂ ਮਸ਼ੀਨਰੀ ਵੀ ਨਹੀਂ ਹੁੰਦੀ ਸੀ, ਲੱਕੜ ਦੇ ਹੀ ਖੰਭੇ ਹੁੰਦੇ ਸੀ, ਲੱਕੜ ਦੀ ਪੌੜੀਆਂ ਹੁੰਦੀ ਸੀ, ਰੇੜੀਆਂ ਦੇ ਵਿੱਚੋਂ ਖੰਭੇ ਲੱਦ ਕੇ ਜਾਂਦੇ ਸੀ। ਬਹੁਤ ਮਿਹਨਤ ਕਰਕੇ ਇਸ ਡਿਪਾਰਟਮੈਂਟ ਨੂੰ ਅੱਜ ਇੱਥੇ ਤੱਕ ਪਹੁੰਚਾਇਆ। ਲੱਗਦਾ ਨਹੀਂ ਵੀ ਹੁਣ ਸ਼ਾਇਦ ਪ੍ਰਸ਼ਾਸਨ ਕਹਿੰਦਾ ਵੀ ਇਹ ਤੇ ਲੱਕੜ ਦੀਆਂ ਪੌੜੀਆਂ ਵਾਲੇ ਨੇ, ਹਾਈਡ੍ਰੋਲਿਕ ਪੌੜੀਆਂ ਲਈ ਕੋਈ ਟਾਈਆਂ ਟੂਈਆਂ ਵਾਲੇ ਮੁਲਾਜ਼ਮ ਲਾਉਣੇ ਆ ਵੀ ਜਿਹੜੇ ਵਧੀਆ ਪੈਂਟਾਂ ਪਾ ਕੇ ਖੰਭਿਆਂ ਤੇ ਚੜ੍ਹਨ। ਉਹ ਸਰ ਜਿਹੜੇ ਟਾਈਆਂ ਟੂਈਆਂ ਵਾਲੇ ਉਹ ਕੋਈ ਨੀ ਲਾਣੇ, ਉਹ ਸਰਕਾਰ ਜਿਹੜੀ ਇਹਨਾਂ ਦੇ ਜਿਹੜੇ ਚਮਚੇ ਆ, ਪਿੱਠੂ ਆ, ਉਹ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ। ਦੇਖੋ ਤੁਸੀਂ, ਇਹ ਸਰੇਆਮ ਧੱਕਾ। ਧਿਆਨ ਸਿੰਘ ਜੀ, ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਹ ਬੜਾ ਵੱਡਾ ਇਸ਼ੂ ਹੈ, ਇਹਦੇ ਲਈ ਸਿਆਸੀ ਪਾਰਟੀਆਂ ਜਿਹੜੀਆਂ ਚੰਡੀਗੜ੍ਹ ਦੀਆਂ ਬਹੁਤ ਵੱਡੇ ਨਾਂ ਨੇ, ਲੀਡਰ ਨੇ, ਉਹਨਾਂ ਨੇ ਇਹਨੂੰ ਰੋਕਣ ਲਈ ਕੋਈ ਯਤਨ ਕੀਤਾ? ਬੜੇ ਦੁੱਖ ਦੀ ਗੱਲ ਹੈ ਤਰਲੋਚਨ ਜੀ ਕਿ ਜਦੋਂ ਇਹ ਚੰਡੀਗੜ੍ਹ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ, ਜਿੱਥੇ ਸਾਡੇ ਬਿੱਟੂ ਜੀ ਸਾਡੇ ਨਾਲ ਖੜੇ ਹੈ ਫੋਸਪੈਕ ਵੱਲੋਂ, ਇਹਨਾਂ ਨੇ ਤਾਂ ਸਾਡਾ ਭਰਪੂਰ ਸਾਥ ਦਿੱਤਾ। ਲੇਕਿਨ ਬੜੀ ਮੰਦਭਾਗੀ ਗੱਲ ਹੈ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਸੀ ਉਹ ਖੁੱਲ੍ਹ ਕੇ ਸਾਡੇ ਸਮਰਥਨ 'ਚ ਅੱਗੇ ਨਹੀਂ ਆਈਆਂ। ਤੇ ਉਹਦੇ ਨਾਲ ਬੜਾ ਦੁੱਖ ਹੁੰਦਾ, ਕਿਉਂਕਿ ਬਿਜਲੀ ਤੇ ਅਸੀਂ ਪੂਰੇ ਚੰਡੀਗੜ੍ਹ ਨੂੰ ਪ੍ਰੋਵਾਈਡ ਕਰ ਰਹੇ ਹਾਂ, ਸਸਤੇ ਰੇਟਾਂ ਤੇ ਦੇ ਰਹੇ ਹਾਂ, ਔਰ ਕੋਈ ਵੀ ਕਿਸੇ ਨੂੰ ਸ਼ਿਕਾਇਤ ਨਹੀਂ। ਜਿਵੇਂ ਸਾਥੀ ਕਹਿ ਰਹੇ ਆ, ਗਿੱਲ ਸਾਹਿਬ ਨੇ ਕਿਹਾ, ਬਿੱਟੂ ਜੀ ਨੇ ਕਿਹਾ, ਕਿਉਂਕਿ ਜਦੋਂ ਮੈਂ ਆਪਣੀ ਗੱਲ ਕਰਦਾ ਕਿ ਜਦੋਂ ਤੂਫਾਨ ਆਉਂਦਾ, ਕਿਉਂਕਿ ਮੈਂ ਜਈਆਂ ਦੀ ਨੁਮਾਇੰਦਗੀ ਕਰਦਾ, ਔਰ ਜਿਹੜੇ ਸਾਡੇ ਸਾਰੇ ਜਈ ਹੈ, ਜਦੋਂ ਤੂਫਾਨ ਚੱਲਣ ਲੱਗਦਾ ਤੇ ਅੱਜ ਆਪਣਾ ਬੂਟ ਪਾ ਲੈਂਦੇ ਆ, ਅਸੀਂ ਨਿਕਲ ਜਾਂਦੇ ਆ ਘਰ ਤੋਂ ਬਾਹਰ ਨੂੰ। ਲੋਕੀ ਆਪਣੇ ਘਰਾਂ 'ਚ ਵੜ ਜਾਂਦੇ ਆ, ਅਸੀਂ ਘਰਾਂ ਤੋਂ ਬਾਹਰ ਜਾਂਦੇ ਆ, ਕਿਉਂਕਿ ਜਦੋਂ ਤੱਕ ਲਾਈਟ ਨਹੀਂ ਚੱਲਦੀ ਅਸੀਂ ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਕਰਦੇ। ਇੱਥੋਂ ਤੱਕ ਮੈਂ ਕਹਿ ਸਕਦਾ ਕਿ 2-4 ਸਾਲ ਪਹਿਲਾਂ ਇੱਕ ਤੂਫਾਨ ਆਇਆ ਸੀ, ਬਹੁਤ ਵੱਡਾ ਤੂਫਾਨ ਆਇਆ ਸੀਗਾ, ਜਿਹਦੇ ਵਿੱਚ ਮੈਂ 48 ਘੰਟੇ ਬਾਅਦ ਘਰ ਗਿਆ ਸੀਗਾ। ਲੋਕੀ ਤੇ ਕਹਿੰਦੇ ਆ ਕਿ ਬਾਰਡਰਾਂ ਤੇ ਲੜਾਈ ਕਰਦੇ ਆ, ਲੇਕਿਨ ਸਾਡੇ ਸਾਥੀ ਇਹਨਾਂ ਬਿਜਲੀ ਦੀ ਲਾਈਨਾਂ ਤੇ ਕੰਮ ਕਰਦੇ ਆ, ਜਿਨ੍ਹਾਂ ਤੇ ਵੋਲਟੇਜ ਦਾ ਪਤਾ ਨਹੀਂ, ਕੋਈ 66 kV ਹੈ, ਕੋਈ 220 kV ਹੈ, ਕੋਈ 11 kV ਹੈ, ਉਹ ਸਾਥੀ ਕੰਮ ਕਰਦੇ ਆ। ਔਰ ਕਈ ਸਾਥੀ ਸ਼ਹੀਦੀਆਂ ਪ੍ਰਾਪਤ ਕਰ ਗਏ ਉਹ ਕੰਮ ਕਰਦੇ ਕਿਉਂਕਿ ਅਸੀਂ 32-35 ਫੁੱਟ ਤੇ ਜਾ ਕੇ ਕੰਮ ਕਰਦੇ ਆ, ਸਾਡੇ ਕੋਲ ਬਚਾਓ ਦੇ ਬਹੁਤ ਸਾਧਨ ਨਹੀਂ ਹੁੰਦੇ ਉਦੋਂ। ਲੇਕਿਨ ਅਸੀਂ ਇੱਕ ਧਈਆ ਜਿਹੜਾ ਕੀਤਾ, ਜਿਵੇਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੇਵਾ ਲੋਕਾਂ ਦੀ ਕਰਨੀ ਹੈ, ਕਿਉਂਕਿ ਜ਼ਿੰਦਗੀ ਮਿਲੀ ਹੈ, ਇਹ ਲੋਕਾਂ ਦੇ ਲੇਖੇ ਲਾ ਜਾਣੀ ਹੈ। ਇਸ ਕਰਕੇ ਉਹ ਭਾਵ ਨੂੰ ਲੈ ਕੇ ਅਸੀਂ ਇਹ ਮਹਿਕਮਾ ਉਸਾਰਿਆ, ਅੱਜ ਇਸ ਮੁਕਾਮ ਤੱਕ ਪਹੁੰਚਾਤਾ ਸੀ ਕਿ ਮਹਿਕਮਾ ਪ੍ਰਾਫਿਟ 'ਚ, ਜਿਹੜੇ ਕਿ ਪੈਰਾਮੀਟਰ ਸੀ ਗਵਰਨਮੈਂਟ ਦੇ ਸਾਰੇ ਕਵਰ ਕਰਦੇ ਹਾਂ ਅਸੀਂ। ਲੇਕਿਨ ਦੁੱਖ ਉਦੋਂ ਹੁੰਦਾ ਹੈ ਕਿ ਜਦੋਂ ਅਸੀਂ ਬੁਲੰਦੀਆਂ ਦੇ ਮਹਿਕਮੇ ਨੂੰ ਲੈ ਗਏ, ਅੱਜ ਉਸੇ ਮਹਿਕਮੇ ਨੂੰ ਤੋੜਿਆ ਜਾ ਰਿਹਾ। ਗੋਪਾਲ ਜੀ, ਕੀ ਤੁਹਾਡੇ ਕੋਲ ਹਥਿਆਰ ਕੀ ਹੈ? ਸੰਘਰਸ਼ ਤੇ ਬਹੁਤ ਕੀਤਾ, ਲੱਗਦਾ ਵੀ ਹੜਤਾਲਾਂ, ਨਾਅਰੇ ਜਿਹੜੇ ਨੇ, ਇਹ ਜਿਹੜਾ ਚੱਲ ਰਿਹਾ ਪ੍ਰਾਈਵੇटाइजेशन, ਇਹਨੂੰ रोक ਲੈਣਗੇ? हड़ताल करनी ही पड़ेगी, क्योंकि 20 अप्रैल को साथियों ने जिक्र किया कि हड़ताल का जो ऐलान किया गया है। ਤੁਸੀਂ ਰਿਪਰੈਜ਼ੈਂਟ ਕਰਦੇ ਤੇ ਤੁਹਾਨੂੰ ਮੈਂ ਤਾਂ ਕਹਿੰਦਾ ਨਾ, ਚੰਡੀਗੜ੍ਹ ਦੇ ਸਰਪੰਚ ਜੇ ਤੁਸੀਂ, ਲੱਗਦਾ ਵੀ ਤੁਸੀਂ ਇਹਨੂੰ ਮੋਬਿਲਾਈਜ਼ ਕਰਕੇ ਇਹਨਾਂ ਦੇ ਨਾਲ ਲੋਕਾਂ ਨੂੰ ਬਾਹਰ ਕੱਢੋਗੇ ਸੜਕਾਂ ਤੇ? ਦੇਖੋ ਜੀ, ਮੈਂ ਪਿਛਲੀ ਵਾਰੀ ਵੀ ਜਿਹੜਾ ਇਹਨਾਂ ਦਾ ਧਰਨਾ ਸੀ ਉੱਥੇ ਵੀ ਅਪੀਲ ਕੀਤੀ ਸੀਗੀ, ਮੈਂ ਹੁਣ ਵੀ ਅਪੀਲ ਕਰਦਾ ਕਿ ਜਿੰਨੇ ਵੀ ਰੈਜ਼ੀਡੈਂਟ ਹੈ, ਕਿਉਂ ਚਲੋ ਬਿਜਲੀ ਮਹਿਕਮੇ 'ਤੇ ਤਾਂ 700 ਬੰਦੇ ਨੇ, 700 ਫੈਮਲੀਆਂ ਨੇ, ਇੱਥੇ 12 ਲੱਖ ਪਾਪੂਲੇਸ਼ਨ ਹੈ। ਮੈਂ ਸਭ ਨੂੰ ਅਪੀਲ ਕਰਾਂਗਾ ਕਿ ਸਾਰੇ ਇਹ ਧਰਨੇ ਦੇ ਵਿੱਚ ਸ਼ਾਮਲ ਹੋਣ। ਤੇ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਇੱਕ ਸ਼ਹਿਰ ਦੇ ਵੱਡੇ ਏਰੀਏ 'ਚ ਜਾ ਕੇ ਧਰਨਾ ਦਿੱਤਾ ਜਾਵੇ, ਕਿ ਸਰਕਾਰ ਨੂੰ ਕਿ ਸਾਰੇ ਮੀਡੀਆ ਕੀ ਨੈਸ਼ਨਲ ਮੀਡੀਆ ਤੇ ਵੀ ਆਵੇ। ਬਿਜਲੀ ਮੁਲਾਜ਼ਮਾਂ ਦੀ ਜਿਹੜੀ ਹੂਕ ਹੈ, ਜਿਹੜਾ ਦਰਦ ਹੈ,
ਉਹਨਾਂ ਨੇ ਆਪਣੇ ਮਨਾਂ ਚੋਂ ਕੱਢਿਆ ਉਹ ਦੱਸਿਆ, ਤੇ ਨਾਲ ਦੀ ਨਾਲ ਜਿਹੜੇ ਇੱਥੋਂ ਦੇ ਰੈਜ਼ੀਡੈਂਟਸ ਆ ਉਹਨਾਂ ਦਾ ਵੀ ਕਹਿਣਾ ਵੀ ਬਿਜਲੀ ਵਿਭਾਗ ਨੂੰ ਜਿਹੜਾ ਪ੍ਰੋਫਿਟ 'ਚ ਜਾ ਰਿਹਾ, ਜਿਹੜਾ ਬੇਰੋਕ ਬਿਜਲੀ ਸਪਲਾਈ ਕਰ ਰਿਹਾ, ਉਹਨੂੰ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ ਕੋਈ ਆਧਾਰ ਨਹੀਂਗਾ। ਜੇ